ਵਾਹਿਗੁਰੂ 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 ਵਾਹਿਗੁਰੂ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਬਰੇ, ਕਿਉ ਨਾ ਭਜੈ ਭਗਵਾਨ। ਕਹੋ ਨਾਨਕ ਨਰ ਬਾਬਰੇ, ਕਿਉ ਨਾ ਭਜੈ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੁਗੋ ਯੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅਸੀਂ ਹਰ ਰੋਜ਼ ਦੀ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਗੁਰਬਾਣੀ ਸ਼ਲੋਕਾਂ ਦੇ ਵਿੱਚੋਂ ਅਸੀਂ ਅੱਜ 4 ਨੰਬਰ ਸ਼ਲੋਕ ਸਰਵਣ ਕੀਤਾ ਹੈ, ਜੋ ਆਪ ਜੀ ਸ਼ੇਰੇ ਪੰਜਾਬ ਗੁਰਬਾਣੀ ਚੈਨਲ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ ਵਿੱਚ ਬੈਠ ਕਰਕੇ ਗੁਰਬਾਣੀ ਦਾ ਆਨੰਦ ਲੈ ਰਹੇ ਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ। ਸਭ ਤੋਂ ਪਹਿਲਾ ਸ਼ਬਦ ਵਰਤਿਆ ਵਿਰਧ ਭਇਓ। ਵਿਰਧ ਦਾ ਅਰਥ ਸਾਰੇ ਜਾਣਦੇ ਹਾਂ ਜੀ, ਵਡੇਪਾ। ਭਇਓ ਦਾ ਅਰਥ ਹੈ ਆ ਗਿਆ ਹੈ, ਹੁਣ ਤੇਰੇ ਤੇ ਉਹ ਸਮਾਂ ਆਇਆ ਹੈ ਜਿਹਨੂੰ ਵਡੇਪਾ ਕਹਿੰਦੇ ਹੈ। ਬਿਰਧ ਭਇਓ ਸੂਝੈ ਨਹੀਂ, ਹੁਣ ਤੈਨੂੰ ਕੁਝ ਵੀ ਸੁਝਦਾ ਨਹੀਂ। ਜਦੋਂ ਵੀ ਅਸੀਂ ਮਨੁੱਖ ਦੀ ਜ਼ਿੰਦਗੀ ਵੱਲ ਝਾਤ ਮਾਰਦੇ ਹਾਂ, ਬੰਦੇ ਦੀ ਜ਼ਿੰਦਗੀ ਦੇ 3 ਪੜਾਅ ਨੇ। ਪਹਿਲਾ ਪੜਾਅ ਹੈ ਬਚਪਨ, ਦੂਜਾ ਪੜਾਅ ਹੈ ਜਵਾਨੀ, ਤੀਜਾ ਪੜਾਅ ਹੈ ਵਡੇਪਾ। ਪਰ ਪਾਤਸ਼ਾਹ ਜੀ ਨੇ ਅੱਜ ਵਡੇਪੇ ਦੀ ਜ਼ਿਕਰ ਕੀਤਾ, ਵਡੇਪੇ ਦੀ ਗੱਲ ਕੀਤੀ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਜ ਬਖਸ਼ਿਸ਼ ਰਹਿਮਤ ਕਰ ਰਹੇ ਨੇ। ਮਹਾਰਾਜ ਕਹਿੰਦੇ ਨੇ ਅੱਜ ਵਡੇਪਾ ਆ ਗਿਆ, ਹੁਣ ਤੈਨੂੰ ਕੁਝ ਵੀ ਸੁਝਦਾ ਨਹੀਂ। ਤੇ ਵਡੇਪੇ ਤੋਂ ਬਾਅਦ ਦਾ ਪ੍ਰੋਸੀਜਰ ਹੈ, ਉਹ ਹੈ ਮੌਤ। ਕਾਲ ਪਹੁੰਚਿਓ ਆਨ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵਡੇਪਾ ਆ ਗਿਆ, ਹੁਣ ਕੁਝ ਨਹੀਂ ਸੁਝ ਰਿਹਾ, ਹੁਣ ਤੇ ਮੌਤ ਨੇ ਤੈਨੂੰ ਆ ਕੇ ਤੇਰੇ ਗਲ ਵਿੱਚ ਫਾਹਾ ਪਾ ਲਿਆ। ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਵਾਵਰੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਐ ਝੱਲੇ ਜੀਵ ਬਾਵਰੇ, ਐ ਝੱਲੇ ਜੀਵ, ਕਹੋ ਨਾਨਕ ਨਰ ਵਾਵਰੇ, ਕਿਉਂ ਨਾ ਭਜੈ ਭਗਵਾਨ। ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ। ਫਿਰ ਸੁਣਿਓ ਗੱਲ, ਮੈਂ ਬੇਨਤੀ ਕੀਤੀ 3 ਬੰਦੇ ਦੀਆਂ ਅਵਸਥਾ ਨੇ, ਜਾਂ ਕਹਿ ਲਓ 3 ਬੰਦੇ ਦੇ ਪੜਾਅ ਨੇ, ਬਚਪਨ, ਜਵਾਨੀ ਤੇ ਵਡੇਪਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਬਚਪਨ ਤੇਰਾ ਮਸਤੀ ਵਿੱਚ ਲੰਘ ਗਿਆ, ਉਦੋਂ ਪਰਮਾਤਮਾ ਚੇਤੇ ਨਹੀਂ ਸੀ, ਲੰਘ ਗਿਆ। ਦੂਸਰੇ ਨੰਬਰ ਤੇ ਆਇਆ ਵਡੇਪਾ, ਤੇ ਗੁਰੂ ਤੇਗ ਬਹਾਦਰ ਸਾਹਿਬ ਵਾਹਿਗੁਰੂ ਆਈ ਜਵਾਨੀ। ਪਾਤਸ਼ਾਹ ਦੀ ਬਾਣੀ ਨੇ ਕਿਹਾ, ਕਹਿਣ ਲੱਗੇ ਜਵਾਨੀ ਵੀ ਤੂੰ ਆਪਣੀ ਅਜਾਈ ਗਵਾ ਲਏ। ਤੀਸਰੇ ਨੰਬਰ ਤੇ ਅੱਜ ਵਡੇਪਾ ਆਇਆ। ਮੈਂ ਖਾਸ ਕਰ ਬੇਨਤੀ ਕਰਾਂਗਾ, ਜਿੰਨੇ ਵੀ ਆਪ ਬਜ਼ੁਰਗ ਇਸ ਵਿਚਾਰ ਨੂੰ ਸੁਣ ਰਹੇ ਹੋ, ਜ਼ਰੂਰ ਇਸ ਗੱਲ ਨੂੰ ਧਿਆਨ ਨਾਲ ਸਮਝਿਆ ਜੇ। ਮਹਾਰਾਜ ਦੀ ਬਾਣੀ ਨੇ ਕਿਹਾ, ਕਹਿਣ ਲੱਗੇ ਸਮਾਂ ਲੰਘਦਾ ਜਾ ਰਿਹਾ ਹੈ, ਬਚਪਨ ਚਲਾ ਗਿਆ, ਜਵਾਨੀ ਚਲੇਗੀ, ਅੱਜ ਵਡੇਪਾ ਆਇਆ। ਵਡੇਪੇ ਤੋਂ ਬਾਅਦ ਇੱਕੋ ਆਸ ਹੁੰਦੀ ਹੈ, ਇੱਕੋ ਬੁਨਿਆਦ ਹੈ, ਉਹ ਹੈ ਮੌਤ। ਕਾਲ ਪਹੁੰਚਿਓ ਆਨ, ਕਹਿੰਦੇ ਨੇ ਅੱਜ ਕਾਲ ਪਹੁੰਚਿਆ ਹੈ, ਮੌਤ ਪਹੁੰਚੀ ਹੈ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਐ ਝੱਲੇ ਜੀਵ, ਤੂੰ ਕਿਉਂ ਪਰਮਾਤਮਾ ਦਾ ਭਜਨ ਹਲੇ ਵੀ ਨਹੀਂ ਕਰ ਰਿਹਾ। ਹੁਣ ਤਾਂ ਵਡੇਪਾ ਆ ਗਿਆ, ਹੁਣ ਤਾਂ ਪਰਮਾਤਮਾ ਨੂੰ ਜਪ, ਹੁਣ ਤਾਂ ਤੂੰ ਮੌਤ ਦੇ ਕਿਨਾਰੇ। ਮੈਂ ਇੱਥੇ ਰੁਕ ਕੇ ਇੱਕ ਬੇਨਤੀ ਕਰਾਂਗਾ, ਗੁਰਮੁਖੋ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਅੱਜ 2 ਚੀਜ਼ਾਂ ਦਾ ਜ਼ਿਕਰ ਕੀਤਾ ਹੈ, 2 ਗੱਲਾਂ ਦਾ। ਪਹਿਲੀ ਗੱਲ, ਪਹਿਲੀ ਬੇਨਤੀ ਵਡੇਪਾ, ਦੂਸਰੀ ਬੇਨਤੀ ਹੈ ਮੌਤ, ਕਾਲ। ਚੇਤੇ ਰੱਖਿਓ,
ਹਰ ਬੰਦੇ ਦੀ ਇੱਕ ਖੁਆਇਸ਼ ਹੁੰਦੀ ਹੈ, ਹਰ ਬੰਦੇ ਦੀ ਇੱਕ ਮਨਸਾ ਹੁੰਦੀ ਹੈ, ਉਮੰਗ ਹੁੰਦੀ ਹੈ। ਉਹ ਉਮੰਗ ਹੁੰਦੀ ਹੈ ਕਿ ਮੈਂ ਪਰਮਾਤਮਾ ਨੂੰ ਜਪਾਂ, ਮੈਂ ਪਰਮਾਤਮਾ ਨੂੰ ਪਾ ਲਵਾਂ, ਮੈਂ ਪਰਮਾਤਮਾ ਨੂੰ ਲੱਭ ਲਵਾਂ। ਪਾਤਸ਼ਾਹ ਦੀ ਬਾਣੀ ਨੇ ਇੱਕ ਸੌਖਾ ਤਰੀਕਾ ਦੱਸਿਆ ਹੈ ਪਰਮਾਤਮਾ ਨੂੰ ਲੱਭਣ ਦਾ, ਪਰਮਾਤਮਾ ਨੂੰ ਮਿਲਣ ਦਾ, ਪਰਮਾਤਮਾ ਨੂੰ ਪਾਉਣ ਦਾ। ਉਹ ਤਰੀਕਾ ਹੈ, ਪਾਤਸ਼ਾਹ ਦੀ ਬਾਣੀ ਨੇ ਕਿਹਾ ਅੱਜ ਬੰਦੇ ਦੇ ਸਭ ਕੁਝ ਚੇਤੇ ਹੈ ਪਰ ਅੱਜ ਬੰਦੇ ਦੇ ਮੌਤ ਚੇਤੇ ਨਹੀਂ। ਸੌਖਾ ਤਰੀਕਾ, ਅੱਜ ਬੰਦੇ ਦੇ ਸਭ ਕੁਝ ਚੇਤੇ ਹੈ ਪਰ ਅੱਜ ਬੰਦੇ ਦੀ ਮੌਤ ਚੇਤੇ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਐ ਬੰਦੇ, ਜੇ ਤੂੰ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਸਭ ਤੋਂ ਪਹਿਲੀ ਗੱਲ ਆਪਣੀ ਮੌਤ ਚੇਤੇ ਕਰ ਲੈ। ਸਿਆਣੇ ਬਜ਼ੁਰਗ ਇੱਕ ਸ਼ਬਦ ਕਿਆ ਕਰਦੇ, ਗੱਲ ਕਿਆ ਕਰਦੇ ਨੇ ਕਿ ਕਿਸੇ ਦੇ ਸੁੱਖ ਦੇ ਵੇਲੇ ਜਾਓ ਨਾ ਜਾਓ, ਦੁੱਖ ਦੇ ਵੇਲੇ ਜ਼ਰੂਰ ਸ਼ਰੀਕ ਹੋਇਆ ਜੇ। ਕਿਸੇ ਦੇ ਮਰਨੇ ਤੇ ਕਿਸੇ ਦੇ ਦੁੱਖ ਵੇਲੇ ਜ਼ਰੂਰ ਜਾਇਆ ਕਰੋ। ਮਹਾਰਾਜ ਕਿਉਂ? ਪਾਤਸ਼ਾਹ ਦੀ ਬਾਣੀ ਨੇ ਕਿਹਾ ਚੇਤੇ ਰੱਖੀ। ਸਿਆਣੇ ਬੰਦੇ ਵੀ ਕਹਿੰਦੇ ਐ, ਕਹਿਣ ਲੱਗੇ ਸੱਜਣੋ, ਕਿਸੇ ਦੇ ਦੁੱਖ ਦੇ ਵੇਲੇ ਉਹਦੇ ਘਰ ਜਾ ਕੇ ਉਹਦੇ ਦੁੱਖ ਨੂੰ ਵੇਖੋਗੇ, ਹੋ ਸਕਦਾ ਹੈ ਤੁਹਾਨੂੰ ਆਪਣਾ ਦੁੱਖ ਕਿਤੇ ਯਾਦ ਆ ਜਾਵੇ ਤੇ ਤੈਨੂੰ ਵੀ ਪਤਾ ਲੱਗੇ ਮਨਾ ਐਵੇਂ ਆਪਣੇ ਮਨ ਦੇ ਪਿੱਛੇ ਲੱਗ ਕੇ ਚਤਰਾਈਆਂ ਨਾ ਕਰਦਾ। ਫਿਰ ਅੱਜ ਤੂੰ ਸੁਖੀ ਵਸਣਾ, ਹੋ ਸਕਦਾ ਹੈ ਆਉਣ ਵਾਲਾ ਸਮਾਂ ਤੇਰਾ ਦੁੱਖਾਂ ਨਾਲ ਭਰਪੂਰ ਹੋਵੇ। ਮੈਂ ਤਾਂ ਬੇਨਤੀ ਕਿ ਕਿਸੇ ਦੇ ਦੁੱਖ ਵੇਲੇ ਜਾਓ। ਈਵਨ ਇੱਥੋਂ ਤੱਕ ਸਾਡੇ ਇੱਕ ਸਮਾਜ ਦਾ ਰਿਵਾਜ ਹੈ, ਸਾਡੇ ਧਰਮ ਦਾ ਇਹ ਪ੍ਰਕਰਨ ਹੈ ਕਿ ਅੰਤਿਮ ਅਰਦਾਸ ਹੁੰਦੀ ਹੈ, ਬੰਦੇ ਦਾ ਭੋਗ ਪੈਂਦਾ, ਅੰਤਿਮ ਅਰਦਾਸ ਹੁੰਦੀ। ਮੈਂ ਬੇਨਤੀ ਕਰਾਂ ਜ਼ਰੂਰ ਜਾਇਆ ਕਰੋ, ਕਿਉਂਕਿ ਅੰਤਿਮ ਅਰਦਾਸ ਵੇਲੇ ਇੱਕ ਵਿਦਵਾਨ ਨੇ ਕਿਹਾ, ਕਹਿਣ ਲੱਗੇ ਖਬਰੇ ਕਿਸੇ ਦੀ ਹੁੰਦੀ ਅੰਤਿਮ ਅਰਦਾਸ ਵੇਖ ਤੈਨੂੰ ਆਪਣੀ ਅੰਤਿਮ ਅਰਦਾਸ ਵੀ ਯਾਦ ਆ ਜਾਵੇ। ਕਾਲ ਪਹੁੰਚਿਓ ਆਣ, ਇਹ ਬੰਦਾ ਚੇਤੇ ਨਹੀਂ ਕਰਾਉਂਦਾ। ਮੈਂ ਬੇਨਤੀ ਕਰਾਂ ਸੰਤ ਗਿਆਨੀ ਮਸਕੀਨ ਸਿੰਘ ਜੀ ਕਿਆ ਕਰਦੇ ਨੇ, ਉਹਨਾਂ ਨੇ ਆਖਣਾ, ਕਹਿਣ ਲੱਗੇ ਚੇਤੇ ਰੱਖੀ, ਜੇ ਤੂੰ ਅਕਾਲ ਨਾਲ ਜੁੜਨਾ ਚਾਹੁੰਦਾ ਸਭ ਤੋਂ ਪਹਿਲੀ ਗੱਲ ਆਪਣੇ ਕਾਲ ਨੂੰ ਚੇਤੇ ਕਰ। ਜੇ ਤੂੰ ਬੇਅੰਤ ਨਾਲ ਜੁੜਨਾ ਚਾਹੁੰਦਾ ਤੇ ਗਿਆਨੀ ਮਸਕੀਨ ਜੀ ਆਖਦੇ ਨੇ ਪਹਿਲਾਂ ਬੇਅੰਤ ਨੂੰ ਵਾਹਿਗੁਰੂ ਬੇਅੰਤ ਨਾਲ ਜੁੜਨਾ ਚਾਹੁੰਦਾ ਆਪਣੇ ਅੰਤ ਨੂੰ ਚੇਤੇ ਕਰ। ਅਕਾਲ ਨਾਲ ਜੁੜਨਾ ਚਾਹੁੰਦਾ ਕਾਲ ਨੂੰ ਚੇਤੇ ਕਰ, ਕਿਉਂਕਿ ਸੱਚ ਚੇਤੇ ਰੱਖਿਓ ਜਦੋਂ ਮੌਤ ਚੇਤੇ ਆ ਜਾਂਦੀ ਹੈ ਉਦੋਂ ਰੱਬ ਵੀ ਚੇਤੇ ਆ ਜਾਂਦਾ ਹੈ। ਮੈਂ ਇੱਕ ਉਦਾਹਰਨ ਦੇ ਦਿੰਦਾ ਹੈ, ਵਿਦਵਾਨਾਂ ਨੇ ਇੱਕ ਉਦਾਹਰਨ ਲਈ ਹੈ। ਉਹ ਕਹਿਣ ਲੱਗੇ ਅਸੀਂ ਕਿਤੇ ਟੂਰ 'ਤੇ ਗਏ ਤੇ ਬਾਹਰ ਜਾ ਕੇ ਵੇਖਿਆ ਸਾਰੇ ਰਾਹ ਗੱਡੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਾਦ ਵੱਜਦੇ ਗਏ, ਗੀਤ ਵੱਜਦੇ ਗਏ, ਬੜਾ ਕੁਝ ਸੁਣਦੇ ਗਏ। ਪਰ ਜਦੋਂ ਅੱਗੇ ਗਏ ਨਾ, ਇੱਕ ਥਾਂ ਐਸਾ ਆਇਆ ਜਿੱਥੇ ਇੱਕ ਸਾਈਡ ਉੱਚੇ ਉੱਚੇ ਪਹਾੜ ਸਨ, ਇੱਕ ਸਾਈਡ ਡੂੰਘੀ ਨਦੀ ਸੀ, ਵਿਚਕਾਰ ਤੁਰਨ ਨੂੰ 2-4 ਫੁੱਟ ਦਾ ਰਸਤਾ ਸੀ। ਸੁਣਿਓ ਇਸ ਗੱਲ ਨੂੰ ਧਿਆਨ ਨਾਲ, ਕਾਲ ਨੂੰ ਚੇਤੇ ਕਰ, ਅਕਾਲ ਚੇਤੇ ਆਏਗਾ। ਉਹ ਤੁਰਨ ਨੂੰ 2-4 ਫੁੱਟ ਦਾ ਰਸਤਾ ਸੀ। ਕਹਿੰਦੇ ਜਦੋਂ ਅਸੀਂ ਉੱਥੇ ਤੁਰਦੇ ਸੀ ਨਾ, ਰਸਤੇ ਦੀਆਂ ਸਾਰੀਆਂ ਕੀਤੀਆਂ ਭੁੱਲੇ, ਰਸਤੇ ਦੀਆਂ ਸਾਰੀਆਂ ਗੱਲਾਂ ਭੁੱਲੇ, ਬੜੇ ਗੀਤ ਸੁਣਦੇ ਗਏ, ਨਾਤ ਸੁਣਦੇ ਗਏ। ਪਰ ਜਦੋਂ ਉਸ ਰਸਤੇ 'ਤੇ ਪਹੁੰਚੇ ਸਾਡੇ ਸਾਰਿਆਂ ਦੇ ਅੰਦਰੋਂ ਗੱਲ ਨਿਕਲੀ, ਇੱਧਰ ਪਹਾੜ ਨੇ, ਇੱਧਰ ਨਦੀ ਹੈ, ਨਦੀ 'ਚ ਡਿੱਗੇ ਤਾਂ ਮੌਤ, ਪਹਾੜ ਡਿੱਗ ਪਿਆ ਤੇ ਤਾਂ ਮੌਤ, ਮੌਤ ਦਿਸਦੀ ਪਈ ਸੀ। ਇੱਕੋ ਗੱਲ ਨਿਕਲਦੀ ਸੀ, ਚੁੱਪ ਕਰੋ, ਇਹ ਪਰਮਾਤਮਾ ਨੂੰ ਜਪ ਲਓ। ਕਿਉਂਕਿ ਚੇਤੇ ਰੱਖਿਓ ਜਦੋਂ ਮੌਤ ਚੇਤੇ ਆ ਗਈ ਉਦੋਂ ਪਰਮਾਤਮਾ ਵੀ ਚੇਤੇ ਆਇਆ। ਮੈਂ ਬੇਨਤੀ ਕਰਾਂ ਗੁਰਮੁਖੋ, ਤਾਂ ਹੀ ਮੈਂ ਕਿਹਾ ਕਿਸੇ ਦੇ ਸੁੱਖ ਵੇਲੇ ਜਾਓ ਨਾ ਜਾਓ, ਦੁੱਖ ਵੇਲੇ ਜ਼ਰੂਰ ਜਾਓ, ਕਿਉਂਕਿ ਹੋ ਸਕਦਾ ਕਿਸੇ ਦਾ ਦੁੱਖ ਵੇਖ ਕੇ ਵਾਹਿਗੁਰੂ ਤੈਨੂੰ ਆਪਣਾ ਵੀ ਕੋਈ ਦੁੱਖ ਚੇਤੇ ਆਵੇ ਤੇ ਤੂੰ ਉਸ ਪਰਮਾਤਮਾ ਦੇ ਦਰ ਕਰ ਅਰਦਾਸ ਕਰੇ। ਵੈਸੇ ਇੱਕ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਮਨ ਕਿਹਾ ਅੱਜ ਬੰਦੇ ਦੇ ਖਾਣਾ ਵੀ ਯਾਦ ਹੈ, ਖਾਣ ਵਾਸਤੇ ਅਲਾਰਮ ਨਹੀਂ ਲਾਉਣਾ ਪੈਂਦਾ, ਆਪਣੇ ਆਪ ਚੇਤੇ ਆ ਜਾਂਦਾ ਹੈ। ਪੀਣਾ ਵੀ ਬੰਦੇ ਤੇ ਚੇਤੇ ਹੈ, ਪੀਣ ਲਈ ਵੀ ਅਲਾਰਮ ਨਹੀਂ ਲਾਉਣਾ ਪੈਂਦਾ, ਆਪਣੇ ਆਪ ਪਿਆਸ ਲੱਗਦੀ ਤੇ ਚੇਤੇ ਆ ਜਾਂਦਾ ਮੈਂ ਕੁਝ ਪੀਣਾ ਵਾ। ਖਾਣਾ ਵੀ ਯਾਦ ਹੈ, ਪੀਣਾ ਵੀ ਯਾਦ ਹੈ।
ਤੀਜੀ ਗੱਲ, ਬੰਦੇ ਦੇ ਹੱਸਣਾ ਵੀ ਚੇਤੇ ਹੈ, ਬੰਦੇ ਨੂੰ ਹੱਸਣਾ ਵੀ ਕਦੇ ਭੁੱਲਿਆ ਨਹੀਂ। ਉਸ ਤੋਂ ਅਗਲੀ ਗੱਲ, ਬੰਦੇ ਦੇ ਸੌਣਾ ਵੀ ਚੇਤੇ ਹੈ। ਤੁਸੀਂ ਗੱਲ ਵੇਖੋ, ਜਾਗਣ ਦੇ ਲਈ ਅਲਾਰਮ ਲਾਉਣਾ ਪੈਂਦਾ ਹੈ ਕਿ ਮੈਂ ਸਵੇਰੇ 3 ਵਜੇ 4 ਵਜੇ ਜਾਗ ਜਾਵਾਂ, ਅਲਾਰਮ ਲਾਵਾਂ, ਪਰ ਚੇਤੇ ਰੱਖਿਓ ਸੌਣ ਵੇਲੇ ਕਦੇ ਵੀ ਅਲਾਰਮ ਨਹੀਂ ਲਾਇਆ ਜਾਂਦਾ। ਸੌਣਾ ਸਭ ਦੇ ਚੇਤੇ ਹੁੰਦਾ ਹੈ, ਭਾਵ ਜਾਗਣਾ ਚੇਤੇ ਕਰਾਉਣਾ ਪੈਂਦਾ ਹੈ, ਹੱਸਣਾ ਨਹੀਂ ਚੇਤੇ ਕਰਾਉਣਾ ਪੈਂਦਾ। ਪਰ ਪਾਤਸ਼ਾਹ ਦੀ ਬਾਣੀ ਨੇ ਕਿਹਾ, ਚੇਤੇ ਰੱਖੀ ਬੰਦੇ, ਜੇ ਬੰਦੇ ਨੂੰ ਚੇਤੇ ਕਰਾਉਣਾ ਪੈਂਦਾ ਤੇ ਉਹਦੀ ਮੌਤ ਚੇਤੇ ਕਰਾਉਣੀ ਪੈਂਦੀ ਹੈ, ਕਿਉਂਕਿ ਮੌਤ ਬੰਦਾ ਭੁਲਾ ਦਿੰਦਾ ਹੈ। ਮਹਾਰਾਜ ਫਿਰ ਕੀ ਹੋਇਆ ਜੇ ਮੈਂ ਮੌਤ ਭੁੱਲ ਗਈ ਮੈਨੂੰ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਹੋਇਆ ਇਹ, ਜਦੋਂ ਬੰਦੇ ਨੂੰ ਮੌਤ ਭੁੱਲ ਜਾਂਦੀ ਹੈ, ਅਕਸਰ ਉਦੋਂ ਬੰਦੇ ਨੂੰ ਪਰਮਾਤਮਾ ਵੀ ਭੁੱਲ ਜਾਂਦਾ ਹੈ। ਉੱਥੇ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਮਹਾਰਾਜ ਕਹਿੰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਹਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਤੂੰ ਖਸਮ ਨੂੰ ਭੁਲਾ ਕੇ ਆਪਣਾ ਸਾਰਾ ਜੀਵਨ ਹੰਢਾਉਂਦਾ ਰਿਹਾ। ਚੇਤੇ ਰੱਖੀ, ਸਦਾ ਲਈ ਇਸ ਦੁਨੀਆ ਤੇ ਕਦੇ ਟਿਕ ਕੇ ਕਿਸੇ ਵਹਿਣਾ ਨਹੀਂ, ਇੱਕ ਦਿਨ ਸਾਰਿਆਂ ਨੂੰ ਇੱਥੋਂ ਜਾਣਾ ਪੈਣਾ ਹੈ। ਮੈਂ ਫਿਰ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਅੱਜ ਬਖਸ਼ਿਸ਼ ਕਰਦੇ ਨੇ, ਬਿਰਧ ਭਇਓ ਸੂਝੈ ਨਹੀਂ, ਕਹਿੰਦੇ ਨੇ ਵਡੇਪਾ ਆ ਗਿਆ, ਹੁਣ ਤੈਨੂੰ ਕੁਝ ਸੁਝਦਾ ਨਹੀਂ, ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਣ। ਇੱਕ ਮੈਂ ਅਰਥ ਵਿਦਵਾਨ ਲੋਕੀ ਦੀ ਇਹ ਵੀ ਕਰਦੇ ਹੈ ਕਿ ਹੁਣ ਵਡੇਪਾ ਆ ਗਿਆ, ਜਦੋਂ ਵਡੇਪਾ ਆ ਜਾਏਗਾ ਉਦੋਂ ਤੈਨੂੰ ਕਿਸੇ ਚੀਜ਼ ਦੀ ਸਮਝ ਨਹੀਂ ਪਏਗੀ, ਉਦੋਂ ਕਾਲ ਸਿਰ ਤੇ ਆ ਜਾਏਗਾ। ਪਰ ਹੁਣ ਤੇਰੇ ਕੋਲ ਸਮਾਂ ਹੈ, ਹੁਣ ਕਿਉਂ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ? ਮੈਂ ਪਿਛਲੀ ਵਾਰ ਵੀ ਇਹ ਸ਼ਬਦ ਕਿਹਾ ਸੀ, ਗੁਰਮੁਖੋ ਚੇਤੇ ਰੱਖਿਓ, ਕਦੇ ਵੀ ਇਸ ਚੀਜ਼ ਦੀ ਉਡੀਕ ਨਾ ਕਰੋ ਫਲਾਣੀ ਉਮਰ ਆਵੇ, ਫਲਾਣੀ ਅਵਸਥਾ ਆਵੇ ਮੈਂ ਪਰਮਾਤਮਾ ਨੂੰ ਜਪਾਂ। ਇਸ ਚੀਜ਼ ਦੀ ਉਡੀਕ ਕਦੀ ਨਾ ਕਰੋ। ਅੱਜ ਬਚਪਨ ਵਿੱਚ ਹੈ ਤੇ ਚੇਤੇ ਰੱਖ, ਬਚਪਨ ਵਿੱਚ ਪਰਮਾਤਮਾ ਨੂੰ ਜਪ। ਅੱਜ ਜਵਾਨੀ ਵਿੱਚ ਹੈ ਤੇ ਚੇਤੇ ਰੱਖ, ਜਵਾਨੀ ਵਿੱਚ ਪਰਮਾਤਮਾ ਨੂੰ ਜਪ, ਇਹਨੂੰ ਅਜਾਈ ਨਾ ਲੰਘਾ। ਅੱਜ ਬੁਢੇਪੇ ਵਿੱਚ ਹੈ, ਬਹਿ ਕੇ ਪਛਤਾਵਾ ਨਾ ਕਰ। ਹਾਂ ਠੀਕ ਹੈ, ਆਪਣੇ ਔਗਣਾਂ ਦਾ ਪਛਤਾਵਾ ਕਰ, ਪਰ ਇਹ ਨਾ ਵੇਖ ਵਡੇਪਾ ਆ ਗਿਆ, ਹੁਣ ਤੁਰਿਆ ਨਹੀਂ ਜਾਂਦਾ, ਬੋਲਿਆ ਨਹੀਂ ਜਾਂਦਾ। ਓਏ ਆਪਣੇ ਅੰਦਰ ਇੱਕ ਚਾਹ ਪੈਦਾ ਕਰ, ਫਿਰ ਕੀ ਹੋਇਆ ਜੇ ਵਡੇਪਾ ਹੈ, ਮੈਂ ਪਰਮਾਤਮਾ ਨੂੰ ਜ਼ਰੂਰ ਜਪਾਂ। ਮੈਂ ਫਿਰ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਦੋਂ ਵਡੇਪਾ ਆ ਜਾਏਗਾ ਉਦੋਂ ਕਿਸੇ ਚੀਜ਼ ਦੀ ਸਮਝ ਨਹੀਂ ਪਏਗੀ। ਤੇ ਅੱਗੇ ਮਹਾਰਾਜ ਕਹਿੰਦੇ ਨੇ, ਜਦੋਂ ਕਾਲ ਆ ਜਾਏਗਾ ਫਿਰ ਅਕਾਲ ਨੂੰ ਚੇਤੇ ਕਿਵੇਂ ਕਰੇਗਾ? ਚੇਤੇ ਰੱਖੀ, ਅੱਜ ਤੇਰੇ ਕੋਲ ਸਮਾਂ, ਤੂੰ ਪਰਮਾਤਮਾ ਨੂੰ ਭਜ ਲੈ, ਤੂੰ ਪਰਮਾਤਮਾ ਨੂੰ ਚੇਤੇ ਕਰ ਲੈ। ਵੈਸੇ ਜੀ ਉਮਰਾਂ ਦਾ ਤਕਾਜ਼ਾ ਵੇਖੀਏ ਨਾ, ਧੰਨ ਗੁਰੂ ਅਮਰਦਾਸ ਪਾਤਸ਼ਾਹ, ਚੇਤੇ ਰੱਖਿਓ, ਉਹ ਵਡੇਪੇ ਦੀ ਉਮਰ ਵਿੱਚ ਜਾ ਕੇ ਗੁਰੂ ਬਣਦੇ ਆ। ਵਡੇਪੇ ਦੀ ਉਮਰ ਵਿੱਚ ਜਾ ਕੇ ਉਹਨਾਂ ਨੇ 12 ਸਾਲ ਗਾਗਰ ਢੋਈ। ਚੇਤੇ ਰੱਖਿਓ ਵਡੇਪਾ ਹੀ ਸੀ, ਪਰ ਮੈਨੂੰ ਮਾਫ ਕਰਨਾ, ਸਾਰੀ ਉਮਰ ਅਸੀਂ ਦੌਲਤ ਪਿੱਛੇ ਮਾਇਆ ਪਿੱਛੇ ਦੌੜਦੇ ਹਾਂ, ਕਦੇ ਬਹਿ ਕੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ। ਠੀਕ ਹੈ, ਆਪਣੇ ਕਾਰੋ ਵਿਹਾਰ ਕਰਨੇ, ਆਪਣੇ ਕੰਮ ਧੰਦੇ ਕਰਨੇ, ਕੋਈ ਗਲਤ ਨਹੀਂ, ਪਰ ਚੇਤੇ ਰੱਖਿਓ, ਧੰਦੇ ਕਰਦੇ ਕਰਦੇ ਕਿਤੇ ਪਰਮਾਤਮਾ ਨੂੰ ਵੀ ਚੇਤੇ ਕਰ, ਜੋ ਤੇਰੇ ਅਸਲੀ ਕੰਮ ਵਿੱਚ ਆਏਗਾ। ਅਸੀਂ ਪਰਮਾਤਮਾ ਨੂੰ ਨਹੀਂ ਮੰਗਦੇ, ਅਸੀਂ ਦੌਲਤ ਮੰਗਦੇ ਹਾਂ। ਅਸੀਂ ਉਹਨੂੰ ਨਹੀਂ ਮੰਗਦੇ ਜਿਹਦੇ ਆਉਣ ਨਾਲ ਸਭ ਕੁਝ ਆਏ। ਮੈਂ ਇੱਕ ਸੌਖੀ ਜੀ ਛੋਟੀ ਉਦਾਹਰਨ ਇੱਕ ਲਵਾਂ। ਇੱਕ ਵਿਦਵਾਨ ਨੇ ਬੜੀ ਪਿਆਰੀ ਜੀ ਉਦਾਹਰਨ ਲਈ ਸੀ। ਉਹ ਕਹਿਣ ਲੱਗੇ, ਚਲੋ ਹੈ ਤੇ ਇਹ ਮਨੋਕਲਪਿਤ, ਇੱਕ ਸਮਝਣ ਵਾਸਤੇ ਗੱਲ ਹੈ, ਪਰ ਸਿੱਖਿਆ ਬੜੀ ਵੱਡੀ ਆਉਂਦੀ ਹੈ ਇਹਦੇ ਵਿੱਚ, ਕਿ ਬੰਦਾ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ। ਕਹਿਣ ਲੱਗੇ, ਇੱਕ ਵਾਰੀ ਮਾਇਆ ਤੇ ਰੱਬ ਆਪਸ ਵਿੱਚ ਗੱਲਬਾਤ ਕਰ ਰਹੇ ਸੀ। ਕਹਿਣ ਲੱਗੇ, ਉਸ ਵੇਲੇ ਮਾਇਆ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ, ਦੇਖ ਮੈਨੂੰ ਕਿੰਨੇ ਲੋਕੀ ਜਿਹੜੇ ਨੇ ਉਹ ਚੇਤੇ ਕਰਦੇ ਹੈ। ਉਸ ਵੇਲੇ ਪਰਮਾਤਮਾ ਨੇ ਕਿਹਾ, ਉਹਨੇ ਆਖਿਆ, ਨਹੀਂ ਤੈਨੂੰ ਨਹੀਂ, ਲੋਕੀ ਤੇ ਮੈਨੂੰ ਚੇਤੇ ਕਰਦੇ। ਮਾਇਆ ਨੂੰ ਰੱਬ ਕਹਿੰਦਾ, ਤੈਨੂੰ ਨਹੀਂ, ਲੋਕੀ ਮੈਨੂੰ ਚੇਤੇ ਕਰਦੇ ਆ। ਮਾਇਆ ਕਹਿੰਦੀ, ਨਹੀਂ ਰੱਬਾ, ਮੰਗਦੇ ਤੈਨੂੰ ਆ ਪਰ ਚੇਤੇ ਮੈਨੂੰ ਕਰਦੇ ਆ। ਉਸ ਵੇਲੇ ਰੱਬ ਨੇ ਕਿਹਾ, ਨਹੀਂ ਮੈਨੂੰ ਮੰਗਦੇ ਆ ਲੋਕੀ,
ਇੰਨਾ ਸ਼ਬਦ ਬਹਿਸ ਹੋਈ ਤੇ ਕਹਿਣ ਲੱਗੇ ਪਰਮਾਤਮਾ ਨੇ ਤੇ ਮਾਇਆ ਨੇ ਕਿਹਾ ਵੇਖ ਲੈਨੇ ਆ ਕੌਣ ਤੈਨੂੰ ਚੇਤੇ ਕਰਦਾ ਤੇ ਕੌਣ ਮੈਨੂੰ ਚੇਤੇ ਕਰਦਾ ਹੈ। ਇੱਕ ਸ਼ਾਹੂਕਾਰ ਸੀ, ਉਹ ਸਵੇਰ ਵੇਲੇ ਆਪਣੀ ਪੂਜਾ ਪਾਠ ਕਰ ਰਿਹਾ ਸੀ। ਹੁਣ ਕਹਿਣ ਲੱਗੇ ਉਸ ਵੇਲੇ ਉਹਨੂੰ ਵੇਖ ਕੇ ਨਾ ਮਾਇਆ ਨੇ ਆਪਣਾ ਰੂਪ ਧਾਰਿਆ ਤੇ ਰੱਬ ਨੇ ਆਪਣਾ ਵੀ ਰੂਪ ਵਟਾਇਆ। ਭਿਖਾਰੀ ਵਾਹਿਗੁਰੂ ਇੱਕ ਕਹਿਣ ਲੱਗੇ ਫਕੀਰ ਦਾ ਰੂਪ ਧਾਰਿਆ ਰੱਬ ਨੇ। ਉਹ ਸ਼ਾਹੂਕਾਰ ਦੇ ਬੂਹੇ ਦੇ ਅੱਗੇ ਜਾ ਖਲੋਤਾ। ਮੈਂ ਸੰਕੇ ਬੇਨਤੀ ਕਰਾਂ, ਬੂਹੇ ਦੇ ਅੱਗੇ ਜਾ ਕੇ ਖਲੋ ਕੇ ਆਵਾਜ਼ ਮਾਰਦਾ ਹੈ। ਸਵੇਰ ਵੇਲਾ ਸੀ, ਸ਼ਾਹੂਕਾਰ ਪੂਜਾ ਪਾਠ ਕਰ ਰਿਹਾ। ਉਹ ਆਵਾਜ਼ ਸੁਣਦਾ, ਬਾਹਰ ਆਉਂਦਾ ਹੈ, ਆ ਕੇ ਵੇਖਦਾ ਕੋਈ ਫਕੀਰ ਹੈ। ਸ਼ਾਹੂਕਾਰ ਕਹਿੰਦੇ ਅੱਜ ਤਾਂ ਮੈਂ ਧੰਨ ਹੋ ਗਿਆ, ਅੱਜ ਮੈਨੂੰ ਕਿਸੇ ਫਕੀਰ ਦੇ ਸਵੇਰ ਵੇਲੇ ਦਰਸ਼ਨ ਹੋਏ। ਉਹਨੇ ਫਕੀਰ ਨੂੰ ਕਿਹਾ ਜੀ ਕੁਝ ਛਕਣਾ ਜੇ? ਉਹਨੇ ਆਖਿਆ ਮੈਂ ਛਕਣਾ ਤੇ ਬੜਾ ਕੁਝੇ, ਪਰ ਬੂਹੇ 'ਚ ਖਲੋ ਕੇ ਨਹੀਂ, ਘਰ ਜਾ ਕੇ। ਅੰਦਰ ਗਏ, ਫਕੀਰ ਨੂੰ ਕਹਿਣ ਲੱਗਾ ਜੀ ਮੇਰੇ ਘਰ ਵਿੱਚ ਰਹੋ। ਫਕੀਰ ਕਹਿਣ ਲੱਗਾ ਠੀਕ ਹੈ, ਮੈਂ ਤੇਰੀ ਕਹਿਣਾ ਮੰਨਣਾ, ਤੇਰੇ ਘਰ 'ਚ ਰਹਾਂਗਾ, ਪਰ ਜਿਹੜੇ ਕਮਰੇ 'ਚ ਮੈਂ ਚਾਹਾਂ ਉਸ ਕਮਰੇ 'ਚ ਰਹਾਂਗਾ। ਇਸ਼ਾਰਾ ਕੀਤਾ, ਫਕੀਰ ਨੇ ਉਸ ਕਮਰੇ ਵਿੱਚ ਚਲਾ ਗਿਆ। ਕਹਿੰਦੇ ਨੇ ਇੰਨੇ ਨੂੰ ਇੱਕ ਰਥ ਦੇ ਚੱਲਣ ਦੀ ਆਵਾਜ਼ ਆਈ। ਸ਼ਾਹੂਕਾਰ ਦੇ ਬੂਹੇ ਅੱਗੇ ਥੋੜਾ ਖੜਾਕ ਹੋਇਆ ਤੇ ਕਹਿਣ ਲੱਗੇ ਸ਼ਾਹੂਕਾਰ ਦਾ ਧਿਆਨ ਬੂਹੇ 'ਚ ਗਿਆ। ਇੱਕ ਰਥ ਦੇ ਉੱਤੇ ਬੜੀ ਸੋਹਣੀ ਇਸਤਰੀ ਜਿਹਦੇ ਆਭੂਸ਼ਣ ਪਾਏ ਸੀ ਉਹ ਆਈ ਹੈ। ਹੁਣ ਕਹਿਣ ਲੱਗੇ ਉਹ ਆਈ। ਸ਼ਾਹੂਕਾਰ ਭੱਜਿਆ ਬਾਹਰ ਨੂੰ ਗਿਆ, ਜਾ ਕੇ ਵੇਖਦਾ ਹੈ। ਕਹਿਣ ਲੱਗੇ ਉਹਦਾ ਲਿਬਾਸ ਬੜਾ ਸੋਹਣਾ, ਉਹਦਾ ਰਥ ਸੋਨੇ ਦਾ, ਉਹਦੇ ਆਭੂਸ਼ਣ ਸੋਨੇ ਦੇ ਪਾਏ। ਕਹਿਣ ਲੱਗੇ ਉਹਨੇ ਆਵਾਜ਼ ਮਾਰ ਕੇ ਕਹੀ, ਕਿਹਾ ਸ਼ਾਹੂਕਾਰਾ ਮੈਂ ਪਾਣੀ ਪੀਣਾ ਹੈ। ਸ਼ਾਹੂਕਾਰ ਭੱਜ ਕੇ ਪਾਣੀ ਲਿਆਉਂਦਾ ਹੈ। ਉਹ ਆਪਣਾ ਬਰਤਨ ਚੱਕਦੀ ਏ, ਸੋਨੇ ਦਾ ਗਿਲਾਸ, ਉਹ 'ਚ ਪਾਣੀ ਪਾਉਂਦੀ ਤੇ ਗਲਾਸ ਸੁੱਟ ਦਿੰਦੀ। ਹੁਣ ਇਹ ਖੇਡ ਇੱਕ ਗੱਲ ਸਮਝਣ ਵਾਸਤੇ ਹੈ। ਕਹਿਣ ਲੱਗੇ ਉਹ ਪਾਣੀ ਦਾ ਗਲਾਸ ਪੀਂਦੀ ਏ ਤੇ ਗਲਾਸ ਸੁੱਟ ਦਿੰਦੀ ਏ। ਪਾਣੀ ਪੀਤਾ, ਗਲਾਸ ਸੁੱਟਿਆ। ਸ਼ਾਹੂਕਾਰ ਨੇ ਵੇਖਿਆ ਇਹ ਜਿਹੜਾ ਬਰਤਨ ਦੇ ਵਿੱਚ ਕੁਛ ਛਕ ਲੈਂਦੀ ਉਹਨੂੰ ਦੁਬਾਰੇ ਉਸ ਬਰਤਨ ਨੂੰ ਟੱਚ ਨਹੀਂ ਕਰਦੀ, ਉਹਦੀ ਵਰਤੋਂ ਨਹੀਂ ਕਰਦੀ, ਸੁੱਟ ਦਿੰਦੀ ਹੈ। ਤੇ ਉਹਨੇ ਵੇਖਿਆ ਵੀ ਹੈ ਵੀ ਇਹ ਸੋਨੇ ਦੇ ਬਰਤਨ ਯੂਜ ਕਰਦੀ। ਤੇ ਉਸ ਵੇਲੇ ਸ਼ਾਹੂਕਾਰ ਨੇ ਕਿਹਾ ਤੂੰ ਪ੍ਰਸ਼ਾਦਾ ਛਕਣਾ? ਉਸ ਵੇਲੇ ਉਸ ਇਸਤਰੀ ਨੇ ਕਿਹਾ ਮੈਂ ਛਕਣਾ ਤੇ ਬੜਾ ਕੁਝੇ, ਪਰ ਜੇ ਤੂੰ ਆਪਣੇ ਘਰ ਲੈ ਜੇ ਤਾਂ। ਸ਼ਾਹੂਕਾਰ ਨੇ ਕਿਹਾ ਮੈਨੂੰ ਤੇ ਮੌਜਾਂ ਲੱਗ ਜਾਣੀਆਂ। ਅੱਗੋਂ ਉਸ ਇਸਤਰੀ ਨੇ ਬੋਲੀ, ਉਹ ਕਹਿਣ ਲੱਗੀ ਮੈਂ ਰਹਾਂਗੀ ਉਸ ਕਮਰੇ ਵਿੱਚ ਬਹਿ ਕੇ ਛਕਾਂਗੀ ਜਿਹਦੇ ਵਿੱਚ ਮੇਰੀ ਮਰਜ਼ੀ ਹੋਈ। ਹੁਣ ਉੱਥੇ ਬੈਠਾ ਸੀ ਫਕੀਰ, ਅੱਗੇ ਗਿਆ ਤੇ ਉਸ ਵੇਲੇ ਸ਼ਾਹੂਕਾਰ ਨੇ ਕਿਹਾ ਜੀ ਤੁਹਾਡੀ ਮਰਜ਼ੀ। ਅੱਗੇ ਜਾਂਦੀ ਏ ਉਹ ਇਸਤਰੀ, ਤੁਰਦੀ ਤੁਰਦੀ ਜਾ ਕੇ ਵੇਖਦੀ ਜਿਹੜੇ ਕਮਰੇ 'ਚ ਫਕੀਰ ਬੈਠਾ ਹੈ, ਉੱਥੇ ਜਾ ਕੇ ਕਹਿਣ ਲੱਗੀ ਮੈਂ ਇਹਦੇ ਵਿੱਚ ਬਹਿ ਕੇ ਛਕਣਾ ਹੈ। ਸ਼ਾਹੂਕਾਰ ਕਹਿਣ ਲੱਗਾ ਮੇਰੇ ਕੋਲ ਹੋਰ ਬੜੇ ਕਮਰੇ ਨੇ, ਮੇਰਾ ਘਰ ਬੜਾ ਵੱਡਾ ਹੈ, ਤੂੰ ਹੋਰ ਕਿਸੇ ਕਮਰੇ 'ਚ ਬਹਿ ਕੇ ਛਕ ਲੈ। ਉਹਨੇ ਕਿਹਾ ਨਹੀਂ, ਮੈਂ ਇਸ ਕਮਰੇ ਵਿੱਚ ਬਹਿ ਕੇ ਛਕਾਂਗੀ, ਅਨੱਥਾ ਨਹੀਂ ਛਕਾਂਗੀ। ਇੰਨਾ ਸ਼ਬਦ ਸੁਣਿਆ ਸ਼ਾਹੂਕਾਰ ਨੇ। ਕਹਿਣ ਲੱਗਾ ਫਕੀਰਾ ਮੈਂ ਤੈਨੂੰ ਕਸ਼ਟ ਦੇਣ ਲੱਗਿਆ, ਤੂੰ ਮੇਰਾ ਘਰ ਛੱਡ ਤੇ ਇੱਥੋਂ ਚਲਾ ਜਾ, ਜਾਂ ਕਿਸੇ ਹੋਰ। ਉਹ ਕਹਿਣ ਲੱਗਾ ਕਮਰੇ ਮੈਂ ਕਿਤੇ ਹੋਰ ਨਹੀਂ ਜਾਣਾ। ਕਹਿਣ ਲੱਗਾ ਫਿਰ ਘਰ ਛੱਡ ਤੇ ਬਾਹਰ ਚਲਾ ਜਾ। ਫਕੀਰ ਨੂੰ ਘਰੋਂ ਕੱਢਿਆ, ਮਾਇਆ ਨੂੰ ਉਹਨੇ ਸਮਝ ਕੇ ਤੇ ਅੰਦਰ ਬਿਠਾ ਲਿਆ। ਪਰ ਜਦੋਂ ਫਕੀਰ ਲੱਗਾ ਤੁਰਨ, ਪਿੱਛੇ ਮਾਇਆ ਦੌੜੀ ਤੇ ਬੋਲਦੀ ਹੈ ਰੱਬਾ ਤੂੰ ਤੇ ਕਹਿੰਦਾ ਸੀ ਲੋਕੀ ਮੈਨੂੰ ਚੇਤੇ ਕਰਦੇ ਹੈ, ਚੇਤੇ ਰੱਖੀ ਜਦੋਂ ਮੈਂ ਆ ਜਾਂਦੀ ਹਾਂ ਉਦੋਂ ਲੋਕੀ ਤੈਨੂੰ ਫੜ ਕੇ ਬਾਹਰ ਕੱਢ ਦਿੰਦੇ ਹੈ। ਤੇ ਇਹ ਬੜੀ ਵੱਡੀ ਸੱਚਾਈ ਗੁਰਮੁਖੋ। ਬੰਦਾ ਦਿਨ ਰਾਤ ਜੇ ਪਰਮਾਤਮਾ ਦਾ ਸਿਮਰਨ ਕਰੇ, ਕਈ ਵਾਰ ਮਾਇਆ ਉਹਨੂੰ ਆਪਣੇ ਲਪੇਟੇ 'ਚ ਲੈ ਲੈਂਦੀ। ਪਰ ਮੈਂ ਇੱਕੋ ਬੇਨਤੀ ਕਰਾਂ ਗੁਰਮੁਖੋ, ਜਦੋਂ ਪਰਮਾਤਮਾ ਆ ਜਾਏਗਾ, ਪਰਮਾਤਮਾ ਦਾ ਨਾਮ ਆ ਜਾਏਗਾ, ਉਹਦੇ ਵਿੱਚ ਸਾਰੀਆਂ ਬਖਸ਼ਿਸ਼ਾਂ ਆ ਜਾਣਗੀਆਂ। ਕੇਵਲ ਦੌਲਤ ਪਿੱਛੇ ਦੌੜੀਏ ਨਾ, ਉਸ ਪਰਮਾਤਮਾ ਨੂੰ ਵੀ ਚੇਤੇ ਕਰੀਏ, ਕਿਉਂਕਿ ਲੰਘਿਆ ਹੋਇਆ ਸਮਾਂ ਦੁਬਾਰੇ ਵਾਪਸ ਨਹੀਂ ਆਏਗਾ। ਮੈਂ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ, ਵਡੇਪਾ ਆ ਜਾਏਗਾ ਤੇ ਉਦੋਂ ਕੁਝ ਸੁਝਣਾ ਨਹੀਂ। ਕਾਲ ਪਹੁੰਚਿਓ ਆਨ, ਫਿਰ ਕਾਲ ਨੇ ਵੀ ਪਹੁੰਚ ਜਾਣਾ ਹੈ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਐ ਚੱਲੇ ਜੀਵ, ਤੂੰ ਉਸ ਪਰਮਾਤਮਾ ਦਾ ਭਜਨ ਕਿਉਂ ਨਹੀਂ ਕਰਦਾ? ਜ਼ਰੂਰ ਜਿੰਨਾ ਸਮਾਂ ਮਿਲੇ ਰਲ ਮਿਲ ਕਰਕੇ ਸਿਮਰਨ ਕਰੀਏ, ਬੰਦਗੀ ਕਰੀਏ, ਬਾਣੀ ਪੜ੍ਹੀਏ, ਤਾਂ ਕਿ ਜੱਗ ਤੇ ਆਉਣਾ ਸਾਡਾ ਸਫਲਾ ਹੋਵੇ।
ਬਹੁਤ ਬਹੁਤ ਧੰਨਵਾਦ। ਸ਼ੇਰੇ ਪੰਜਾਬ ਗੁਰਬਾਣੀ ਚੈਨਲ ਆਪ ਜੀ ਸੁਣ ਰਹੇ ਹੋ, ਵੇਖ ਰਹੇ ਹੋ, ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰੋ, ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਆਪ ਜੀ ਤੱਕ ਪਹੁੰਚਦੀ ਹੋ ਜਾਏ। ਸਭ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ 'ਤੇ ਗੁਰਬਾਣੀ, ਸ਼ਬਦ ਕੀਰਤਨ ਅਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।